बिस्मिल्लाहिर्रहमानिर्रहीम। अरशद लोधी काम ਦੀਆਂ ਗੱਲਾਂ ਨਾਲ ਹਾਜ਼ਰ ਖਿਦਮਤ ਹੈ। ਕੀ ਹਾਲ ਜੀ? ਠੀਕ ਠਾਕ ਹੋ? ਖਰੀਅਤ ਨਾਲ ਹੋ? ਵੱਲ ਲੋ ਫਿਰ ਤੁਹਾਨੂੰ ਅੱਜ ਦੋਸਤਾਂ ਦੇ ਮੁਤਲਕ ਉਹ ਕਹਿੰਦੇ ਨੇ ਯਾਰ ਹੈ ਕਿ ਯਾਰ ਮਾਰ ਹੈ, ਤੁਹਾਨੂੰ ਗੱਲ ਸੁਣਾਈਏ ਜਿਹਦੇ 'ਚ ਤੁਹਾਨੂੰ ਕਲੀਅਰ ਹੋ ਜਾਏਗਾ। ਕਿਉਂਕਿ ਅੱਜ ਕੱਲ੍ਹ ਬੱਚੇ ਜਿਹੜੇ ਨੇ ਉਹਨਾਂ ਨੇ ਹਰ ਦੂਸਰੇ ਬੰਦੇ ਨੂੰ ਦੋਸਤ ਬਣਾਇਆ ਹੁੰਦਾ ਹੈ ਤੇ ਬੜੇ ਮਤਲਬ ਫਖਰ ਨਾਲ ਕਹਿੰਦੇ ਨੇ ਜੀ ਮੇਰੇ ਦੋਸਤ ਹੈ, ਜੀ ਮੇਰੇ ਦੋਸਤ ਹੈ, ਮੇਰੇ ਦੋਸਤ ਹੈ। ਇਹ ਦੋਸਤੋ ਇੱਕ ਸਿਆਣਾ ਬੰਦਾ ਸੀ ਤੇ ਉਹ ਵੀ ਆਪਣੇ ਬੱਚੇ ਦੇ ਦੋਸਤਾਂ ਕੋਲੋਂ ਬੜਾ ਤੰਗ ਸੀ, ਕਿਉਂਕਿ ਬੇਸ਼ੁਮਾਰ ਦੋਸਤ ਉਹਨੇ ਬਣਾਏ ਸਨ। ਪੜ੍ਹਾਈ ਵਾਲੇ ਪਾਸੇ ਤਵੱਜੋ ਘੱਟ ਤੇ ਦੋਸਤਾਂ ਵਾਲੇ ਪਾਸੇ ਤਵੱਜੋ ਜ਼ਿਆਦਾ ਸੀ। ਤੇ ਉਹਨੇ ਬੱਚੇ ਨੂੰ ਸਮਝਾਇਆ ਕਿ ਯਾਰ ਇਹ ਦੋਸਤਾਂ ਨਾਲ ਇੰਨੀ ਤੁਅਲਕ ਨਾ ਰੱਖ, ਇੰਨੇ ਮਾਮਲਾਤ ਨਾ ਰੱਖ, ਕਿਉਂਕਿ ਦੋਸਤ ਕੰਮ ਕਾਜ ਕੋਈ ਨਹੀਂ ਕਰਦੇ, ਕੰਮ ਨਹੀਂ ਆਉਂਦੇ। ਇਹ ਬਸ ਵਕਤੀ ਯਾਰ ਦੋਸਤ ਹੁੰਦੇ ਨੇ, ਇਹਨਾਂ ਕੋਲ ਇਹਨਾਂ ਦੇ ਨਾਲ ਜਿਹੜਾ ਨਾ ਉਹ ਨਹੀਂ ਮਤਲਬ ਕਲੋਜ਼ ਹੋਣਾ ਦੀ ਜ਼ਰੂਰਤ ਨਹੀਂ ਹੈਗੀ। ਤੇ ਉਹ ਬੱਚਾ ਜਿਹੜਾ ਸੀ ਉਹ ਆਪਣੇ ਪਿਓ ਨਾਲ ਬਜ਼ਿਦ ਸੀ ਕਿ ਨਹੀਂ ਪਾਪਾ ਜੀ ਮੇਰੇ ਦੋਸਤ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਨਹੀਂ ਹੈਗੇ, ਉਹ ਮੇਰੇ ਦੋਸਤ ਮੇਰੇ ਵਾਸਤੇ ਜਾਨ ਦੇਣ ਨੂੰ ਤਿਆਰ ਨੇ ਤੇ ਬੜੇ ਮਤਲਬ ਮਾਮਲਾਤ ਨੇ, ਤੇ ਦੋਸਤ ਹੋਣਾ ਬੜਾ ਜ਼ਰੂਰੀ ਹੈ। ਠੀਕ ਹੈ, ਅਸੀਂ ਵੀ ਕਹਿੰਦੇ ਹਾਂ ਕਿ ਦੋਸਤ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਹਰ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਦੋਸਤ ਜਿਹੜੇ ਹੁੰਦੇ ਨੇ ਉਹ ਸਹਾਰਾ ਹੁੰਦੇ ਨੇ। ਤੇ ਦੋਸਤੋ ਉਹਨੇ ਬੰਦੇ ਨੇ ਇੱਕ ਦਿਨ ਆਪਣੇ ਬੱਚੇ ਨੂੰ ਬਿਠਾਇਆ ਤੇ ਉਹਨੂੰ ਕਿਹਾ ਕਿ ਯਾਰ ਮੈਂ ਅੱਜ ਤੇਰੇ ਦੋਸਤਾਂ ਦਾ ਇਮਤਿਹਾਨ ਜਿਹੜਾ ਨਾ ਉਹ ਲੈਣਾ ਚਾਹੁੰਦਾ, ਤੇ ਇਹ ਇੱਕ ਕੰਮ ਕਰ। ਉਹਨੇ ਕਿਹਾ ਦੱਸੋ। ਉਹਨੇ ਬੋਰੀ ਦੇ ਵਿੱਚ ਇੱਕ ਜਾਨਵਰ ਨੂੰ ਜ਼ਿਬਾ ਕਰਕੇ ਉਹਨੂੰ ਬੰਦ ਕਰ ਦਿੱਤਾ ਤੇ ਉਹਨੂੰ ਕਿਹਾ ਕਿ ਯਾਰ ਉਹਦੀ ਗੱਡੀ ਤੇ ਡਿੱਗੀ 'ਚ ਰੱਖ ਦਿੱਤੀ ਲਾਸ਼ ਉਹਦੀ। ਤੇ ਉਹਨੂੰ ਕਿਹਾ ਕਿ ਜਾ ਵੀ ਆਪਣੇ ਇੱਕ ਇੱਕ ਦੋਸਤ ਦੇ ਘਰ ਜਾ ਕੇ ਉਹਨਾਂ ਦੀ ਕੁੰਡੀ ਖੜਕਾ ਤੇ ਉਹਨਾਂ ਨੂੰ ਦੱਸ ਕਿ ਯਾਰ ਮੇਰੇ ਕੋਲੋਂ ਕਤਲ ਹੋ ਗਿਆ ਤੇ ਮੈਂ ਲਾਸ਼ ਜਿਹੜੀ ਹੈ ਉਹ ਡਿੱਗੀ 'ਚ ਪਈ ਹੈ ਤੇ ਯਾਰ ਮੇਰੀ ਕੋਈ ਹੈਲਪ ਕਰੋ। ਤੇ ਫਿਰ ਮੈਨੂੰ ਦੱਸੀ ਆ ਕੇ ਕਿ ਤੇਰੇ ਦੋਸਤ ਨੇ ਕਿਹੜੇ ਕਿਹੜੇ ਨੇ ਕੀ ਜਵਾਬ ਦਿੱਤਾ ਹੈ ਤੇ ਕੀ ਮਾਮਲਾਤ ਹੋਏ। ਉਹ ਬੱਚੇ ਨੇ ਕਿਹਾ ਪਾਪਾ ਜੀ ਠੀਕ ਹੈ। ਉਹਦੇ ਪਿਓ ਨੇ ਉਸ ਤਰ੍ਹਾਂ ਹੀ ਕੀਤਾ, ਕੋਈ ਜਾਨਵਰ ਜ਼ਿਬਾ ਕਰਕੇ ਉਹਨੇ ਉਹ ਬੋਰੀ 'ਚ ਬੰਦ ਕਰਕੇ ਉਹਦੀ ਡਿੱਗੀ 'ਚ ਰੱਖ ਦਿੱਤਾ ਤੇ ਉਹਨੂੰ ਕਿਹਾ ਕਿ ਜਾ ਵੇ। ਉਹ ਬੰਦਾ ਜਾਂਦਾ ਹੈ, ਦੋਸਤ ਆਪਣਿਆਂ ਕੋਲ ਪਹਿਲੇ ਕੋਲ ਜਾਂਦਾ ਹੈ, ਉਹਨੂੰ ਜਾ ਕੇ ਬਹਿਲ ਦਿੰਦਾ, ਉਹਨੂੰ ਬਾਹਰ ਬੁਲਾਉਂਦਾ ਹੈ। ਉਹ ਕਹਿੰਦਾ ਕੀ ਮਸਲਾ ਯਾਰ? ਕਹਿੰਦਾ ਯਾਰ ਮਸਲਾ ਕੀ ਹੋਣਾ, ਮੇਰੇ ਕੋਲੋਂ ਕਤਲ ਹੋ ਗਿਆ ਤੇ ਲਾਸ਼ ਜਿਹੜੀ ਹੈ ਡਿੱਗੀ 'ਚ ਪਈ ਹੈ ਤੇ ਮੈਂ ਬੜਾ ਪਰੇਸ਼ਾਨ ਹਾਂ ਤੇ ਮੇਰੀ ਕੋਈ ਹੈਲਪ ਕਰ। ਉਹ ਬੰਦਾ ਫੌਰੀ ਤੌਰ ਤੇ ਕਹਿੰਦਾ ਯਾਰ ਤੂੰ ਮੇਰੇ ਵੱਲ ਕਿਉਂ ਆਇਆ? ਤੇਰੇ ਕੋਲ ਅਗਰ ਕਤਲ ਹੋ ਗਿਆ ਤੇ ਤੂੰ ਮੇਰੇ ਕੋਲ ਕਿਉਂ ਆਇਆ? ਤੇਰੇ ਮਗਰ ਤੇ ਪੁਲਿਸ ਲੱਗੀ ਹੋਣੀ ਹੈ ਯਾਰ, ਤੂੰ ਮੈਨੂੰ ਵੀ ਨਾਲ ਬਣਵਾਉਣਾ। ਤੇਰੀ ਮਿਹਰਬਾਨੀ ਹੈ, ਮੇਰੀ ਜਾਨ ਛੱਡ, ਤੂੰ ਜਾ ਆਪਣੇ ਘਰ। ਉਹ ਇਸੇ ਤਰ੍ਹਾਂ ਹਰ ਦੋਸਤ ਦੇ ਵੱਲ ਜਾਂਦਾ, ਜਿੰਨੇ ਉਹਦੇ ਦੋਸਤ ਸਨ। ਸੁਬਾਹ ਤੋਂ ਲੱਗ ਕੇ ਸ਼ਾਮ ਹੋ ਜਾਂਦੀ ਹੈ ਤੇ ਹਰ ਦੋਸਤ ਨੂੰ ਜਾ ਕੇ ਜਿਸ ਵੇਲੇ ਆਪਣੀ ਕਹਾਣੀ ਸੁਣਾਉਂਦਾ ਹੈ ਤੇ ਉਹ ਉਹਨੂੰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲੇ ਨੇ ਕਿਹਾ ਕਿ ਯਾਰ ਮੇਰਾ ਤੇਰਾ ਕੀ ਤੁੱਲਕ ਹੈਗਾ, ਤੂੰ ਮਤਲਬ ਹੈ ਕੀ ਕੰਮ ਕਰਤਾ, ਤੂੰ ਕਤਲ ਕੀਤਾ, ਤੂੰ ਭੁਗਤ, ਮੈਂ ਕੀ ਕਰ ਸਕਣਾ, ਤੇਰੇ ਮਾਮਲਾਤ ਨੂੰ ਹੱਲ ਕਰ ਸਕਣਾ, ਤੂੰ ਜਲਦੀ ਕਰ, ਮੇਰੇ ਘਰੋਂ ਅੱਗੋਂ ਪਿੱਛੋਂ ਗੱਡੀ ਕਰ ਤੇ ਮਤਲਬ ਐਸਾ ਨਾ ਹੋਏ ਕਿ ਤੂੰ ਮੈਨੂੰ ਵੀ ਮੁਸੀਬਤ ਦੇ ਵਿੱਚ ਪਾ ਦੇਵੇਂ ਤੇ ਪਰੇਸ਼ਾਨ ਕਰ ਦੇਵੇਂ ਤੇ ਮੈਂ ਤੇਰਾ ਕੁਛ ਨਹੀਂ ਕਰ ਸਕਦਾ। ਉਹ ਜਿਸ ਵੇਲੇ ਤਮਾਮ ਦੋਸਤਾਂ ਕੋਲ ਹੋ ਕੇ ਉਹ ਪਰੇਸ਼ਾਨ ਹੋ ਕੇ ਮਾਯੂਸ ਹੋ ਕੇ ਵਾਪਸ ਘਰ ਆਇਆ ਤੇ ਆਪਣੇ ਪਿਓ ਨਾਲ ਆ ਕੇ ਬੈਠਾ ਤੇ ਪਿਓ ਨੇ ਪੁੱਛਿਆ ਕਿ ਹਾਂ ਪੁੱਤਰ ਦੱਸ, ਤੂੰ ਦੋਸਤਾਂ ਕੋਲ ਗਿਆ ਤੇ ਕੀ ਖੈਰ ਖਬਰ ਹੈ? ਉਹਨੇ ਕਿਹਾ ਅੱਬਾ ਜੀ ਸਮਝ ਨਹੀਂ ਆਈ, ਮੈਂ ਜਿਸ ਦੋਸਤ ਨਾਲ ਗਿਆ ਉਹਨੇ ਅੱਖਾਂ ਹੀ ਮੱਥੇ ਤੇ ਰੱਖ ਲਈਆਂ ਨੇ, ਉਹਨੇ ਮੇਰੀ ਗੱਲ ਹੀ ਸੁਣਨਾ ਪਸੰਦ ਨਹੀਂ ਕੀਤੀ। ਉਹ ਤੇ ਪਰੇਸ਼ਾਨ ਹੋ ਗਏ, ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਫੌਰੀ ਤੌਰ ਤੇ ਸਾਡੇ ਘਰੋਂ ਅੱਗੇ ਪਿੱਛੇ ਹੋ, ਤੂੰ ਕੀ ਕਰ ਦਿੱਤਾ, ਕਤਲ ਕਰ ਦਿੱਤਾ, ਸਾਨੂੰ ਵੀ ਨਾਲ ਮਰਵਾਏਗਾ, ਪੁਲਿਸ ਤੇਰੇ ਮਗਰ ਲੱਗੀ ਹੋਏਗੀ ਤੇ ਤੂੰ ਕੀ ਕਰ ਦਿੱਤਾ ਕੰਮ, ਤੇ ਚੱਲ ਮੇਰਾ ਪੁੱਤਰ ਰਸਤਾ ਲੈ ਅੱਗੇ ਹੋ। ਉਹਨੇ ਕਿਹਾ ਪੁੱਤਰ ਫਿਰ ਦੇਖ ਲਏ ਆਪਣੇ ਦੋਸਤ। ਉਹਨੇ ਕਿਹਾ ਹੁਣ ਇੱਕ ਕੰਮ ਕਰ ਕਿ ਮੇਰਾ ਦੋਸਤ ਫਲਾਂ ਜਗ੍ਹਾ ਤੇ ਰਹਿੰਦਾ, ਇਹ ਉਹਦਾ ਨਾਂ ਹੈ, ਇਹ ਉਹਦਾ ਐਡਰੈਸ ਹੈ, ਉਹਦੇ ਕੋਲ ਚਲਾ ਜਾ, ਉਹਨੂੰ ਜਾ ਕੇ ਮੇਰਾ ਦੱਸੀ ਕਿ ਮੈਂ ਉਹਦਾ ਪੁੱਤਰ ਹਾਂ ਤੇ ਮੇਰੇ ਕੋਲੋਂ ਇਹ ਕੰਮ ਹੋ ਗਿਆ ਤੇ ਉਹ ਕੀ ਕਹਿੰਦਾ। ਉਹ ਬੱਚੇ ਨੇ ਗੱਡੀ ਫੜੀ, ਉਹ ਉਸ ਪਿੰਡ ਚਲਾ ਗਿਆ, ਉਹਦੇ ਡੇਰੇ ਤੇ ਗਿਆ, ਉਹਦੇ ਨਾਲ ਜਾ ਕੇ ਗੱਲ ਕੀਤੀ, ਦੱਸਿਆ ਕਿ ਮੈਂ ਜਨਾਬ ਫਲਾਣੇ ਬੰਦੇ ਦਾ ਪੁੱਤਰ ਹਾਂ, ਇਹ ਮੇਰਾ ਨਾਂ ਹੈ ਤੇ ਚਾਚਾ ਜੀ ਮੇਰੇ ਕੋਲੋਂ ਇਹ ਗਲਤੀ ਹੋ ਗਈ ਹੈ, ਮੇਰੇ ਕੋਲ ਬੰਦਾ ਕਤਲ ਹੋ ਗਿਆ ਤੇ ਮੈਨੂੰ ਦੱਸੋ ਮੈਂ ਕੀ ਕਰਾਂ। ਉਹਨੇ ਕਿਹਾ ਪੁੱਤਰ ਲਾਸ਼ ਕਿੱਥੇ? ਤੇ ਮੈਂ ਉਹਨੇ ਕਿਹਾ ਦੱਸਿਆ ਕਿ ਜੀ ਲਾਸ਼ ਤੇ ਗੱਡੀ ਦੀ ਡਿੱਗੀ 'ਚ ਹੈ। ਉਹਨੇ ਕਿਹਾ ਕੋਈ ਗੱਲ ਨਹੀਂ ਬਹਿ ਜਾ। ਉਹਨੇ ਉਹਨੂੰ ਬਿਠਾਇਆ, ਚਾਹ ਪਾਣੀ ਖਾਣਾ ਛਾਣਾ ਖਵਾਇਆ, ਉਹਨੂੰ ਹੌਸਲਾ ਦਿੱਤਾ ਤੇ ਆਪਣੇ ਕਾਮਿਆਂ ਨੂੰ ਜਿਹੜੇ ਉਹਦੇ ਕੰਮ ਵਾਲੇ ਬੰਦੇ ਸਨ ਉਹਨਾਂ ਨੂੰ ਕਿਹਾ ਕਿ ਯਾਰ ਉਹ ਉੱਥੇ ਕਰਕੇ ਖੱਡਾ ਖੋਦ ਦਿਓ। ਤੇ ਉਹਨਾਂ ਨੇ ਖੱਡਾ ਖੋਦ ਦਿੱਤਾ ਜਿਸ ਵੇਲੇ ਗਹਿਰਾ ਕਰਕੇ, ਤੇ ਉਹਨਾਂ ਨੂੰ ਕਹਿਣ ਲੱਗਾ ਜਾਓ ਯਾਰ ਹੁਣ ਤੁਸੀਂ ਪੱਠੇ ਪੁੱਠਿਆਂ ਦਾ ਅਰੇਂਜ ਕਰੋ ਤੇ ਫਿਰ ਤੁਸੀਂ ਆਪਣਾ ਮਾਮਲਾਤ ਜਿਹੜੇ ਨਾ ਕਰੋ। ਉਹਦੇ ਕਾਮੇ ਜਿਸ ਵੇਲੇ ਕੰਮ ਕਾਜ ਤੇ ਚਲੇ ਗਏ ਤੇ ਉਸ ਬੰਦੇ ਨੇ ਉਸ ਬੱਚੇ ਨੂੰ ਕਿਹਾ ਕਿ ਉੱਠ ਯਾਰ ਗੱਡੀ ਦੀ ਡਿੱਗੀ ਖੋਲ। ਉਹਨੇ ਗੱਡੀ ਦੀ ਡਿੱਗੀ ਖੋਲੀ ਜਿਸ ਵੇਲੇ ਤੇ ਉਹ ਬੋਰੀ ਚੁੱਕੀ ਤੇ ਉਹ ਗੱਡੇ 'ਚ ਸੁੱਟ ਕੇ ਉੱਤੇ ਮਿੱਟੀ ਪਾ ਦਿੱਤੀ। ਮਿੱਟੀ ਪਾ ਕੇ ਉਹਨੇ ਉਹਨੂੰ ਕਵਰ ਕਰ ਦਿੱਤਾ ਤੇ
ਉਹਨੂੰ ਕਿਹਾ ਕਿ ਬੇਟਾ ਹੁਣ ਗੱਲ ਇਹ ਹੈ ਕਿ ਹੁਣ ਇਹ ਮਸਲਾ ਤੇ ਹੱਲ ਹੋ ਗਿਆ, ਇਹਨੂੰ ਕਿਸੇ ਨਾਲ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ, ਤੇ ਤੂੰ ਹੁਣ 2-4 ਦਿਨ ਮੇਰੇ ਕੋਲ ਠਹਿਰ ਤਾਂ ਕਿ ਕੋਈ ਮਾਮਲਾਤ ਖਰਾਬ ਨਾ ਹੋਣ, ਤੇਰੀ ਜਾਨ ਨੂੰ ਕੋਈ ਖਤਰਾ ਨਾ ਹੋਵੇ, ਤੇ ਅੱਲਾ ਬਿਹਤਰ ਕਰੇਗਾ, ਪਿੱਛੋਂ ਕੋਈ ਖੈਰ ਖਰੀਅਤ ਦੀ ਖਬਰ ਆਏਗੀ ਤੇ ਫਿਰ ਚਲਾ ਜਾਵੇ। ਉਹ ਜਿਸ ਵੇਲੇ 3-4 ਦਿਨ ਤੋਂ ਬਾਅਦ ਉਹ ਬੱਚਾ ਜਿਹੜਾ ਹੈ ਉਹਨੇ ਇਜਾਜ਼ਤ ਲਈ ਤੇ ਵਾਪਸ ਆਪਣੇ ਘਰ ਆਇਆ ਤੇ ਆਪਣੇ ਪਿਓ ਨੂੰ ਆ ਕੇ ਉਹ ਸਾਰੀ ਕਹਾਣੀ ਸੁਣਾਈ ਕਿ ਅੱਬਾ ਜੀ ਮੈਂ ਇਸ ਤਰ੍ਹਾਂ ਗਿਆ ਤੇ ਇਹ ਮਾਮਲਾਤ ਹੋਏ ਨੇ। ਉਹਨਾਂ ਨੇ ਬੜੀ ਇੱਜ਼ਤ ਮੈਨੂੰ ਦਿੱਤੀ ਹੈ ਤੇ ਬੜਾ ਉਹਨਾਂ ਮੈਨੂੰ ਹੌਸਲਾ ਦਿੱਤਾ ਹੈ, ਤੇ ਉਹਨਾਂ ਨੇ ਉਹ ਲਾਸ਼ ਚੁੱਕ ਕੇ ਤੇ ਜਨਾਬ ਉਹ ਖੱਡੇ 'ਚ ਨੱਪ ਦਿੱਤੀ, ਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਹੁਣ 3-4 ਦਿਨ ਸਾਡੇ ਘਰ ਰੁਕ ਤੇ ਉਸ ਤੋਂ ਬਾਅਦ ਚਲਾ ਜਾਵੀਂ ਤਾਂ ਕਿ ਮਾਮਲਾਤ ਸਿੱਧੇ ਪੱਧਰੇ ਹੋ ਜਾਣ। ਤੇ ਮੈਂ ਹੁਣ ਆ ਗਿਆ। ਤੇ ਉਹ ਬੰਦੇ ਨੇ ਕਿਹਾ ਬੇਟਾ ਇਹ ਫਰਕ ਹੈ ਜਿਹੜਾ ਮੈਂ ਤੈਨੂੰ ਦੱਸਣਾ ਚਾਹ ਰਿਹਾ ਸਾਂ ਕਿ ਅੱਜ ਦੇ ਦੋਸਤ ਤੇ ਜਿਹੜੇ ਸਾਡੇ ਵਕਤ ਦੇ ਦੋਸਤ ਹਨ ਉਹਨਾਂ 'ਚ ਤੇ ਇਹਨਾਂ 'ਚ ਇਹ ਫਰਕ ਹੈ। ਸਾਡੇ ਵਕਤ ਦੇ ਜਿਹੜੇ ਦੋਸਤ ਸਨ ਉਹ ਜਿੰਦ ਜਾਨ ਕੁਰਬਾਨ ਕਰ ਦਿੰਦੇ ਸਨ, ਉਹ ਇੱਕ ਦੂਸਰੇ ਦੀ ਇੱਜ਼ਤ ਦੇ ਭਾਈਵਾਲ ਹੁੰਦੇ ਸਨ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਸਨ। ਲੇਕਿਨ ਜਿਹੜੇ ਅੱਜ ਦੇ ਦੌਰ ਦੇ ਤੁਹਾਡੇ ਯਾਰ ਦੋਸਤ ਨੇ, ਇਹ ਨਾ ਕਿਸੇ ਦੀ ਇੱਜ਼ਤ ਦੇ ਭਾਈਵਾਲ ਨੇ, ਨਾ ਕਿਸੇ ਦੇ ਦੁੱਖ ਸੁੱਖ ਦੇ ਭਾਈਵਾਲ ਨੇ, ਤੇ ਇਹ ਸਿਰਫ ਵਕਤੀ ਦੋਸਤ ਨੇ। ਤੁਹਾਡੇ ਕੋਲੋਂ ਖਾਣ ਪੀਣ ਦਾ ਅਗਰ ਸਮਾਨ ਹੈਗਾ, ਤੁਹਾਡੇ ਕੋਲ ਪੈਸੇ ਚਾਰ ਹੈਗੇ ਨੇ, ਤੇ ਤੁਹਾਡੇ ਮਗਰ ਹੋਣਗੇ, ਤੁਹਾਡੇ ਕੋਲ ਪੈਸੇ ਮੁੱਕ ਜਾਣਗੇ, ਤੁਹਾਡੇ ਕੋਲ ਨਜ਼ਰਾਂ ਫੇਰ ਲੈਣਗੇ, ਕੋਈ ਦੂਸਰਾ ਦੋਸਤ ਬਣਾ ਲੈਣਗੇ। ਤੇ ਦੋਸਤੋ ਗੱਲ ਕਰਨ ਦਾ ਮੇਰਾ ਮਤਲਬ ਜਿਹੜਾ ਸੀ ਨਾ, ਅਸਲ ਗੱਲ ਜਿਹੜੀ ਹੈ ਉਹ ਸੀ ਕਿ ਦੋਸਤ ਜਦੋਂ ਵੀ ਬਣਾਓ ਨਸਲੀ ਔਰ ਖਾਨਦਾਨੀ ਬਣਾਓ। ਬੇਨਸਲਾ ਦੋਸਤ ਬਣਾਓਗੇ ਤੇ ਹਮੇਸ਼ਾ ਖੁਦਾ ਖਾਓਗੇ, ਪਰੇਸ਼ਾਨ ਰਹੋਗੇ, ਤੇ ਉਹ ਤੁਹਾਨੂੰ ਕਿਸੇ ਵੇਲੇ ਵੀ ਡੰਗ ਮਾਰੇਗਾ। ਤੇ ਖਾਨਦਾਨੀ ਨਸਲ ਦਾ ਜਿਹੜਾ ਦੋਸਤ ਹੈ, ਜਿਹੜਾ ਅੱਛੀ ਨਸਲ ਦਾ ਬੰਦਾ ਹੋਏਗਾ, ਉਹ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਵੀ ਹੋਏਗਾ ਤੇ ਤੁਹਾਡੇ ਬੁਰੇ ਵਕਤ 'ਚ ਤੁਹਾਡੇ ਕੰਮ ਵੀ ਆਏਗਾ। ਤੇ ਜੇ ਗੱਲ ਮੇਰੀ ਪਸੰਦ ਆਈ ਹੈ ਤੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰਕੇ ਚੈਨਲ 'ਚ ਸ਼ਾਮਲ ਹੋ ਜਾਓ। ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਫਿਰ ਅਗਲੀ ਵੀਡੀਓ 'ਚ ਹਾਜ਼ਰ ਹੋਵਾਂਗਾ। ਕੱਲ ਤੱਕ ਇਜਾਜ਼ਤ, ਅੱਲਾ ਹਾਫਿਜ਼।